ਕੇਂਦਰ ਦੀ ਅੜੀ ਤੇ ਹੰਕਾਰ ਨਾਲ ਜੂਝਦੇ ਜਾਂਬਾਜ਼ ਪੰਜਾਬੀ। ਅੱਜ ਕੇਂਦਰ ਸਰਕਾਰ ਸਾਡੇ ਉੱਤੇ ਇਹ ਤਿੰਨ ਕਾਲੇ ਕਿਸਾਨ ਕਾਨੂੰਨ 2020 ਦਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ ਤੇ ਪਰਾਲੀ ਫੂਕਣ ਤੇ ਸਜ਼ਾ ਵਾਲਾ ਇਹ ਆਰਡੀਨੈਂਸ ਲੈ ਕੇ ਕਿਸਾਨਾਂ ਤੇ ਆਰਥਿਕ ਹਮਲਾ ਕਰ ਰਹੀ ਹੈ। ਉਸ ਦੇ ਨਾਲ ਨਾਲ ਮਾਲ ਗੱਡੀਆਂ ਰੋਕ ਕੇ ਇਕਨੋਮਿਕ ਬਲੌਕੇਡ ਲਗਾ ਪੰਜਾਬ ਨੂੰ ਆਰਥਿਕ ਬਲੈਕਮੇਲ ਕਰ ਰਹੀ ਹੈ। ਇੰਡਸਟਰੀ ਦਾ ਕੋਲਾ ਤੇ ਸਟੀਲ ਦੀ ਸਪਲਾਈ ਰੋਕ ਕਿਸਾਨ ਦੀ ਯੂਰੀਏ ਦੀ ਸਪਲਾਈ ਰੋਕ ਰਹੀ ਹੈ। ਇਸ ਨਾਲ ਇਹ ਤੇ ਸਾਫ਼ ਹੈ ਕਿ ਕੇਂਦਰ ਦੀ ਸਾਰੀ ਗੇਮ ਆਰਥਿਕ ਹੈ, ਵਿੱਤੀ ਹੈ। ਕੇਂਦਰ ਦਾ ਸਾਡੇ ਤੇ ਵਾਰ ਆਰਥਿਕ ਹੈ। ਰਾਜਨੀਤਿਕ ਤੌਰ ਤੇ ਉਹ ਸਾਡੇ ਤੋਂ ਵੋਟ ਮੰਗਣ ਆ ਰਹੇ ਨੇ ਮੇਰੇ ਯਾਰੋ, ਤੇ ਜੇ ਉਹ ਟੇਢੇ ਹਥਕੰਡੇ ਅਪਣਾ ਰਹੇ ਨੇ ਫੇਰ ਕੀ ਪੰਜਾਬ ਦੇ ਕਿਸਾਨ ਵਾਸਤੇ ਸਾਡੇ ਕੋਲ ਕੋਈ ਹੋਰ ਆਰਥਿਕ ਵਿਕਲਪ ਨਹੀਂ ਹੋਣਾ ਚਾਹੀਦਾ? ਇਹ ਵੱਡਾ ਸਵਾਲ ਹੈ। ਕਿਸਾਨ ਜੋ ਰੋਜ਼ ਧਰਨਾ ਦੇ ਰਿਹਾ ਉਹ ਆਪਣੀ ਆਮਦਨ ਦੀ, ਆਪਣੀ ਆਰਥਿਕ ਹੋਂਦ ਦੀ ਲੜਾਈ ਲੜ ਰਿਹਾ। ਬਾਈ ਜੀ, ਮੈਨੂੰ ਯਕੀਨ ਹੈ ਕਿ ਕਿਸਾਨਾਂ ਦਾ ਦਿੱਲੀ ਮੋਰਚਾ ਜ਼ਰੂਰ ਕਾਮਯਾਬ ਹੋਵੇਗਾ। ਕਿਸਾਨਾਂ ਦਾ ਅਣਥੱਕ ਸੰਘਰਸ਼ ਕਿਸਾਨੀ ਅੰਦੋਲਨ ਨੂੰ ਦੁਨੀਆ ਦੇ ਹਰ ਕੋਨੇ ਵਿੱਚ ਲੈ ਗਿਆ ਹੈ ਤੇ ਇਸ ਸੰਘਰਸ਼ ਦਾ ਮੁੱਲ ਪੈਣਾ ਹੀ ਪੈਣਾ ਯਾਰ। ਕਿਸਾਨਾਂ ਦੇ ਸੰਘਰਸ਼ ਦੇ ਨਾਲ ਨਾਲ ਉਸ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਪੰਜਾਬ ਦੀ ਅਸੈਂਬਲੀ ਦੇ ਪਾਸ ਕੀਤੇ ਹੋਏ ਸੋਧ ਬਿੱਲ, ਪੰਜਾਬ ਐਮਐਲਏਆਂ ਦਾ ਦਿੱਲੀ 'ਚ ਧਰਨਾ, ਪੰਜਾਬ ਦੀ ਮਿਊਜ਼ਿਕ ਇੰਡਸਟਰੀ, ਵੱਖ-ਵੱਖ ਸਿੰਗਰਾਂ ਦੀ ਸਪੋਰਟ, ਇਹ ਸਿਰਫ ਇਸ ਲੜਾਈ ਦਾ ਇੱਕ ਪਹਿਲੂ ਹੈ। ਅੱਜ ਆਪਾਂ ਇੱਕ ਰਾਜਨੀਤਿਕ ਲੜਾਈ ਲੜ ਰਹੇ ਹਾਂ, ਪਰ ਕਿਸਾਨ ਦਾ ਨੁਕਸਾਨ ਤੇ ਸਾਰਾ ਆਰਥਿਕ ਨੁਕਸਾਨ ਹੈ ਯਾਰੋ। ਇਹ ਰਾਜਨੀਤਿਕ ਲੜਾਈ ਬਹੁਤ ਜ਼ਰੂਰੀ ਹੈ, ਪਰ ਸਾਨੂੰ ਲੋੜ ਹੈ ਆਰਥਿਕ ਵਿੱਤੀ ਵਿਕਲਪ ਦੀ। ਅੱਜ ਪੰਜਾਬ ਨੂੰ ਇਕੱਲੀ ਵੱਖਰੀ ਰਾਜਨੀਤੀ ਦੀ ਲੋੜ ਨਹੀਂ, ਇਕੱਲੇ ਕੇਂਦਰ ਦੇ ਕਾਨੂੰਨਾਂ ਦਾ ਵਿਰੋਧ ਕਰਨ ਦੀ ਲੋੜ ਨਹੀਂ, ਬਲਕਿ ਪੰਜਾਬ ਨੂੰ ਅੱਜ ਇੱਕ ਵੱਖਰੇ ਆਰਥਿਕ ਢਾਂਚੇ ਦੀ ਲੋੜ ਹੈ, ਇੱਕ ਵਿੱਤੀ ਢਾਂਚੇ ਦੀ ਲੋੜ ਹੈ। We don't only need alternative politics, but we need alternative economics। ਕਿਉਂਕਿ ਸੱਚ ਇਹ ਵੀ ਹੈ ਕਿ ਜੇ ਕੋਈ ਵੀ ਰਾਜਨੀਤਿਕ ਲੜਾਈ ਇੱਕ ਆਰਥਿਕ ਵਿਕਲਪ ਨਾ ਖੜਾ ਕਰ ਸਕੇ ਤੇ ਫਿਰ ਅੱਜ ਨਹੀਂ ਤੇ ਕੱਲ ਉਹਨੇ ਹਾਰਨਾ ਹੀ ਹੈ। ਮੈਂ ਕਹਿਣਾ ਕਿ ਕਿਸਾਨ ਆਪਣੀਆਂ ਪੰਜੇ ਮੰਗਾਂ ਤੇ ਅੜੇ ਰਹਿਣ ਤੇ ਉਸ ਨੂੰ ਮਨਵਾ ਵੀ ਲੈਣ, ਪਰ ਨਾਲ ਨਾਲ ਆਪਣੇ ਆਪ ਨੂੰ ਤਕੜਿਆਂ ਤਾਂ ਕਰੋ, ਮਜ਼ਬੂਤ ਤੇ ਕਰੋ। ਜੇ ਸਾਡੀਆਂ ਮੰਗਾਂ ਅੱਜ ਮੰਨੀਆਂ ਵੀ ਗਈਆਂ, ਜੇ ਕੇਂਦਰ ਨੇ ਕਾਲੇ ਕਾਨੂੰਨ ਵਾਪਸ ਲੈ ਵੀ ਲਏ, ਕੀ ਪੰਜਾਬੀ ਦੀ ਕਿਸਾਨੀ ਦਾ ਸਾਰਾ ਮਸਲਾ ਹੱਲ ਹੋ ਜੂ ਵੀਰੋ? ਕਿ ਦਸ਼ਕਾਂ ਤੋਂ ਕਰਜ਼ੇ ਥੱਲੇ ਡੁੱਬੀ ਕਿਸਾਨੀ, ਆਤਮ ਹੱਤਿਆ ਕਰ ਰਹੇ ਕਿਸਾਨ, ਜ਼ਮੀਨ ਵੇਚ ਕੇ ਅਮਰੀਕਾ, ਕੈਨੇਡਾ, ਯੂਕੇ, ਆਸਟ੍ਰੇਲੀਆ, ਯੂਰਪ ਪਲਾਇਨ ਕਰਦਾ ਨੌਜਵਾਨ ਜੋ ਅੱਜ ਲੇਬਰ ਕਰਨ ਤੇ ਮਜਬੂਰ ਹੈ, ਕਿ ਇਕੱਲੇ ਕਾਲੇ ਕਾਨੂੰਨ ਵਾਪਸ ਹੋਣ ਨਾਲ ਉਸ ਦੀ ਸਾਰੀ ਮੁਸ਼ਕਿਲ ਹੱਲ ਹੋ ਜੂ? ਵੱਡਾ ਸਵਾਲ ਹੈ। ਸਾਨੂੰ ਆਤਮ ਚਿੰਤਨ ਦੀ ਲੋੜ ਹੈ, ਯਥਾਰਥ ਦੇ ਧਰਾਤਲ ਦੇ ਉੱਤੇ ਖੜਾ ਹੋ ਕੇ। ਇਹ ਪੰਜਾਬ ਜਿੱਥੇ 5000 ਸਾਲ ਤੋਂ ਖੇਤੀ ਹੋ ਰਹੀ ਹੈ, ਗੁਰੂ ਨਾਨਕ ਪਾਤਸ਼ਾਹ ਨੇ ਜਿੱਥੇ ਖੇਤੀ ਕੀਤੀ ਹੈ ਔਰ ਸਾਡੇ ਲੜ ਲਾਈ ਹੈ, ਇੱਥੇ ਕਿਸਾਨੀ ਮਰ ਨਹੀਂ ਸਕਦੀ ਜੇ ਆਪਾਂ ਇਸ ਨੂੰ ਖੁਦ ਨਾ ਮਾਰੀਏ। We are never defeated, we defeat ourselves। ਪੰਜਾਬ ਦਾ ਕਿਸਾਨ ਬਾਹਰ ਜਾ ਕੇ ਛੋਟਾ ਮੋਟਾ ਉਦਯੋਗ ਚਲਾਉਂਦਾ, ਮਿਹਨਤਾਂ ਕਰਦਾ, ਉਹਦਾ ਮੁੱਲ ਪਾਉਂਦਾ, ਫਿਰ ਉਹ ਇਸ ਪਵਿੱਤਰ ਧਰਤੀ ਜਿੱਥੇ ਉਹਦੀ ਆਤਮਾ ਵਸਦੀ ਹੈ, ਸਰੀਰ ਭਾਵੇਂ ਬਾਹਰ ਹੋਵੇ ਲੇਕਿਨ ਰੂਹ ਇੱਥੇ ਹੈ, ਉਹਨੂੰ ਛੱਡ ਕੇ ਕਿਉਂ ਜਾਂਦਾ ਹੈ? ਇਹਦਾ ਵਿਚਾਰ ਕਰੋ। ਮੈਂ ਹੱਥ ਇੰਜ ਰੱਖਣ ਦਾ ਸਖਤ ਵਿਰੋਧੀ ਤੇ ਸਿਰਫ ਕੇਂਦਰ ਤੋਂ ਮੰਗਣ ਦੇ ਵੀ ਖਿਲਾਫ ਹਾਂ। ਜੇ ਪੰਜਾਬ ਜਿਤਾਉਣਾ ਤੇ ਫਿਰ ਜਦ ਸਾਡੇ ਸਾਹਮਣੇ ਪੰਜਾਬ ਦੀ ਇਹ ਆਰਥਿਕ ਮੁਸ਼ਕਲ ਆਉਂਦੀ ਹੈ, ਸਾਨੂੰ ਅੱਖਾਂ ਦਿਖਾਉਂਦੀ ਹੈ
ਤੇ ਅਸੀਂ ਬਚਦੇ ਹਾਂ। ਭੈ ਵੀ ਸਾਨੂੰ ਸਤਾਉਂਦਾ, ਕੋਈ ਕਹਿੰਦਾ ਹਾਲਾਤ ਖਰਾਬ ਹੋ ਗਏ ਜੀ, ਕੋਈ ਕਹਿੰਦਾ ਬਾਹਰੀ ਤਾਕਤਾਂ ਜੀ, ਪਰ ਪੰਜਾਬ ਦੀ ਹਜ਼ਾਰਾਂ ਕਰੋੜ ਦੀ ਆਮਦਨ ਦਾ ਰਾਹ ਬੰਦ ਕੀਤਾ ਜਾ ਰਿਹਾ ਹੈ। ਅੱਜ ਸਵਾਲ ਹੈ ਕਿ ਕਿਸਾਨ ਦਾ, ਮਜ਼ਦੂਰ ਦਾ, ਉਹਨਾਂ ਦੀ ਆਰਥਿਕ ਮਜਬੂਰੀ ਦਾ ਆਰਥਿਕ ਹੱਲ ਹੋਵੇ। ਪੰਜਾਬ ਦੀ ਬਾਹਰ ਜਾਣ ਵਾਲੀ ਜਵਾਨੀ ਨੂੰ ਮੌਕੇ ਮਿਲਣ, ਉਹਨੂੰ ਆਰਥਿਕ ਐਮਪਾਵਰਮੈਂਟ ਮਿਲੇ, ਸਮਰਿੱਧ ਹੋਵੇ ਉਹ ਨੌਜਵਾਨ, ਫਿਰ ਬਾਹਰ ਕਿਉਂ ਜਾਊ? ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਵਿਲੱਖਣ ਤਾਕਤ, ਸਾਡਾ ਯੂਨੀਕ ਸੈਲਿੰਗ ਪੁਆਇੰਟ USP, ਜਿਸ ਨੂੰ ਆਰਥਿਕ ਕੰਪੈਰੇਟਿਵ ਐਡਵਾਂਟੇਜ ਕਿਹਾ ਜਾਂਦਾ ਹੈ, ਉਹ ਕਿਸਾਨੀ ਹੈ। ਇਸ ਵਿੱਚ ਅਸੀਂ ਮਾਹਰ ਹਾਂ, ਤਾਂ ਹੀ ਦੇਸ਼ ਦਾ ਢਿੱਡ ਭਰਿਆ। ਤੇ ਫਿਰ ਕਿਉਂ ਨਹੀਂ ਬੀਜਣ ਦਾ, ਵੇਚਣ ਦਾ, ਸਟੋਰ ਕਰਨ ਦਾ ਆਰਥਿਕ ਮਾਡਲ ਪੰਜਾਬ ਆਪਣਾ ਆਪ ਲਿਖੇ। ਕਿਸਾਨਾਂ ਦੇ ਹੱਕ ਦੀ, ਕਿਸਾਨਾਂ ਦੀ ਆਮਦਨ ਵਧਾਉਣ ਦੀ ਰਾਹ ਅਸੀਂ ਆਪ ਲਿਖੀਏ। ਕੁਝ ਦਿਨ ਪਹਿਲਾਂ ਮੈਂ ਵੱਲਾ ਮੰਡੀ ਅੰਮ੍ਰਿਤਸਰ ਵਿੱਚ ਬੈਠ ਕੇ ਵੱਧ ਰਹੀ ਅੰਨ ਦੀ ਮਹਿੰਗਾਈ ਬਾਰੇ ਕਿਸਾਨਾਂ, ਆੜ੍ਹਤੀਆਂ ਤੇ ਪੱਲੇਦਾਰ ਮਜ਼ਦੂਰਾਂ ਨਾਲ ਗੱਲ ਕੀਤੀ ਸੀ। ਇਸ ਵੱਧਦੀ ਮਹਿੰਗਾਈ ਦਾ ਫਾਇਦਾ ਕੋਲਡ ਸਟੋਰੇਜ ਵਾਲੇ ਪੂੰਜੀਪਤੀਆਂ ਨੂੰ ਜਾ ਰਿਹਾ, ਐਂਡ ਦੀ ਡਿਫਰੈਂਸ ਇਜ਼ ਐਜ਼ ਬਿਗ ਐਜ਼ ਦੀ ਗ੍ਰੈਂਡ ਕੈਨੀਅਨ। ਐਡਾ ਵੱਡਾ ਫਾਸਲਾ ਹੈ। ਮੈਂ ਸਮਝਾਉਣਾ ਕਿਵੇਂ। ਕਿਸਾਨ ਤੋਂ ਟਮਾਟਰ 5 ਰੁਪਏ ਦਾ ਲੈ ਕੇ ਅਖੀਰ 'ਚ ਪਰਚੂਨ ਦੀ ਦੁਕਾਨ ਤੇ 60 ਰੁਪਏ ਦਾ ਵਿਕਦਾ। ਆਲੂ ਸੜਕਾਂ ਦੇ ਉੱਤੇ ਸਿੱਟੇ ਪਏ ਹੁੰਦੇ ਸੀ, ਕਿਸਾਨ ਨੇ ਚੁੱਕਦਾ ਨਹੀਂ ਸੀ ਕੋਈ। ਉਹ 5 ਰੁਪਏ ਦਾ ਆਲੂ ਅੱਜ ਮਾਰਕੀਟ ਦੇ ਵਿੱਚ 60 ਰੁਪਏ ਨੂੰ ਵਿਕਦਾ ਹੈ। ਜਿਹੜਾ ਮਟਰ 5 ਤੋਂ 10 ਰੁਪਏ ਨੂੰ ਮਿਲਦਾ ਸੀਗਾ, ਉਹ 110 ਰੁਪਏ ਪਰਸੋਂ ਵਿਕਿਆ, ਤੇ ਉਦੋਂ ਅੱਜ ਅੱਜ 85-90 ਉਹਦਾ ਰੇਟ ਹੈ। ਤੇ ਇਹ ਜਿਹੜਾ 90 ਰੁਪਏ ਦਾ ਫਰਕ ਹੈ, 50 ਰੁਪਏ ਦਾ ਫਰਕ ਹੈ, ਇਹ ਸਾਰਾ ਪੂੰਜੀਪਤੀਆਂ ਦੀ ਜੇਬ 'ਚ ਜਾ ਰਿਹਾ। ਕਿਸਾਨ ਦੀ ਮਿਹਨਤ ਉਹ ਖਾ ਰਿਹਾ। ਬਲਕਿ ਅੱਜ ਦੇਸ਼ ਵਿੱਚ ਅੰਨ ਦੀ ਮਾਰਕੀਟ ਨੂੰ ਪੂੰਜੀਪਤੀ ਰਿਮੋਟ ਕੰਟਰੋਲ ਨਾਲ ਚਲਾਉਂਦੇ ਆ। 4 ਬੰਦੇ 4 ਕਰੋੜ ਤੇ ਰਾਜ ਕਰਦੇ ਆ, ਮੋਨੋਪੋਲੀ ਬਣਾ ਕੇ। ਇਹ ਸਰਾਸਰ ਜ਼ੁਲਮ ਹੈ। ਭਾਵੇਂ ਉਹ ਫਰੂਟ ਹੋਣ ਜਾਂ ਸਬਜ਼ੀਆਂ, ਵੱਡੇ ਵੱਡੇ ਸੀਲੋ ਵਾਲੇ 1% ਪੂੰਜੀਪਤੀ ਅੰਨ ਦੇ ਰੇਟ ਨੂੰ ਕੰਟਰੋਲ ਕਰਦੇ ਆ। ਨਾ ਹੀ ਕਿਸਾਨ ਤੇ ਨਾ ਹੀ ਛੋਟਾ ਵਪਾਰੀ ਇਹਨੂੰ ਨਿਰਧਾਰਿਤ ਕਰਦਾ। ਤੇ ਕਾਲੇ ਕਾਨੂੰਨਾਂ ਨਾਲ ਤੇ ਸਰਕਾਰ ਨੇ ਜਿਹੜੇ ਕਾਲਾ ਬਾਜ਼ਾਰੀ ਕਰਦੇ ਆ, ਹੋਰਡਿੰਗ ਕਰਦੇ ਆ, ਉਹਨਾਂ ਪੂੰਜੀਪਤੀਆਂ ਨੂੰ 50-100 ਗੁਣਾ ਰੇਟ ਵਧਾਉਣਾ ਕਾਨੂੰਨੀ ਕਰਤਾ, ਅਧਿਕਾਰ ਦੇਤੇ, ਅਧਿਕ੍ਰਿਤ ਕਰਤਾ। ਹੁਣ ਇਹ ਕਣਕ ਤੇ ਝੋਨਾ ਵੀ ਇਸੇ ਤਰ੍ਹਾਂ ਸਸਤਾ ਲੈ ਕੇ, ਜਿਸ ਤਰ੍ਹਾਂ ਸੇਬ ਦੀ ਮਾਰਕੀਟ ਨੂੰ ਅਡਾਨੀ ਕੰਟਰੋਲ ਕਰਦਾ, ਸਾਨੂੰ ਵੀ ਕੰਟਰੋਲ ਕਰਨੀ। ਸਰਕਾਰ ਪੂੰਜੀਪਤੀਆਂ ਹਵਾਲੇ ਦੇਸ਼ ਦੀ ਫੂਡ ਸਿਕਿਉਰਿਟੀ ਨੂੰ ਗਿਰਵੀ ਕਰ ਰਹੀ ਹੈ। FCI ਨੂੰ ਵੀ ਹੌਲੀ ਹੌਲੀ ਖਤਮ ਕਰ ਰਹੀ ਹੈ। ਖੇਤੀ ਵਿੱਚ ਜੇ ਅਡਾਨੀ ਤੇ ਅੰਬਾਨੀ ਨੂੰ ਕਾਮਯਾਬੀ ਦਿਖ ਰਹੀ ਹੈ, ਤੇ ਸਾਡੇ ਕਿਸਾਨ ਕਰਜ਼ਾਈ ਖੇਤੀ ਕਿਉਂ ਕਰਨ? ਕਿਉਂ ਨਾ ਕੋਲਡ ਸਟੋਰੇਜ ਕਿਸਾਨ ਦੇ ਕੋਆਪਰੇਟਿਵ ਦੇ ਅਧੀਨ ਹੋਵੇ? ਕਿਉਂ ਨਾ ਕਿਸਾਨ ਕੋਆਪਰੇਟਿਵ ਦੇ ਹੱਥ ਫੂਡ ਪ੍ਰੋਸੈਸਿੰਗ ਇੰਡਸਟਰੀ ਹੋਵੇ, ਕਿ ਜੋ ਕਿਸਾਨ ਖੁਦ ਟਮਾਟਰ ਨੂੰ ਸਟੋਰ ਕਰਨ ਤੋਂ ਲੈ ਕੇ ਟਮਾਟੋ ਕੈਚਅਪ ਬਣਾਉਣ ਤੇ ਵੇਚਣ ਦਾ ਮੁਨਾਫਾ ਵੀ ਕਿਸਾਨ ਆਪ ਕਮਾਉਣ, ਤਾਂ ਕਿ ਆਪਾਂ ਪੰਜਾਬ ਦੇ ਕਰਜ਼ੇ ਤੇ ਕਰਜ਼ਾ ਲੈ ਕੇ ਡੂੰਘੇ ਤੋਂ ਡੂੰਘਾ ਟਿਊਬਵੈੱਲ ਲਾ ਖੇਤੀ ਕਰਦੇ ਕਿਸਾਨ ਨੂੰ ਕਾਮਯਾਬੀ ਦੀ ਰਾਹ ਤੇ ਪਾ ਸਕਦੇ ਹਾਂ। ਅੱਜ ਸਾਨੂੰ ਲੋੜ ਹੈ ਕਿ ਅਸੀਂ ਇੱਕ ਨਵੀਂ ਮਾਰਕੀਟਿੰਗ ਸਟ੍ਰੈਟਜੀ ਦਈਏ। ਸਰਕਾਰੀ ਖਰੀਦ MSP ਦੇ ਨਾਲ ਕਿਸਾਨ ਦੇ ਖੇਤੋਂ ਲੈ ਕੇ ਹਰ ਰਸੋਈ ਤੱਕ ਉਹਨੂੰ ਵੇਚਣ ਦੀ ਤਾਕਤ ਦਈਏ। ਹਰ ਫਸਲ ਦਾ ਵੱਧ ਤੋਂ ਵੱਧ ਮੁਨਾਫਾ ਵਾਪਸ ਕਿਸਾਨ ਦੇ ਕੋਲੇ ਆਵੇ। ਅੱਜ ਕੁਝ ਕਿਸਾਨ ਸ਼ਹਿਰਾਂ ਵਿੱਚ ਜਾ ਕੇ ਆਪਣੀ ਫਸਲ ਵੇਚਦੇ ਹਨ, ਪਰ ਜੇ ਸਰਕਾਰ ਕਿਸਾਨਾਂ ਨੂੰ ਸਟੋਰੇਜ ਕਪੈਸਿਟੀ ਦੇਵੇ, ਜੋ ਅੱਜ ਅਡਾਨੀ ਦੀ ਤਾਕਤ ਹੈ, ਉਹ ਕਿਸਾਨਾਂ ਦੀ ਤਾਕਤ ਹੋ ਸਕਦੀ ਹੈ। ਮੇਰਾ ਅਟੁੱਟ ਵਿਸ਼ਵਾਸ ਹੈ। ਜਦ ਮੈਂ ਦਾਲਾਂ, ਆਇਲ ਸੀਡ, ਵੈਜੀਟੇਬਲ, ਫਰੂਟਸ ਦੀ ਗੱਲ ਕਰਦਾ ਹਾਂ, ਡਾਈਵਰਸਿਫਿਕੇਸ਼ਨ, ਕੋਲਡ ਸਟੋਰੇਜ, ਸਮਾਲ ਫਾਰਮਰ ਮਾਡਲ ਦੀ ਗੱਲ ਕਰਦਾ ਹਾਂ, ਕੋਆਪਰੇਟਿਵ ਬਣਾ, ਇੱਕ ਕਾਨੂੰਨੀ ਇਕਾਈ ਬਣਾ, ਬੀਜਣ
ਤੇ ਵੇਚਣ ਦਾ ਮੁਨਾਫਾ ਕਿਸਾਨ ਨੂੰ ਦੇਣ ਦੀ ਗੱਲ ਕਰਦਾ ਹਾਂ ਤੇ ਮੈਂ ਇੱਕ ਨਵੇਂ ਆਰਥਿਕ ਢਾਂਚੇ ਦੀ ਗੱਲ ਕਰਦਾ ਹਾਂ। ਪੰਜਾਬ ਦੇ ਕਿਸਾਨ ਦੀ ਆਮਦਨ ਵਧਾਉਣ ਦੀ ਤੇ ਉਹਦੀ ਖੁਦ ਮੁਖਤਿਆਰੀ ਦੀ ਰਾਹ ਦੀ ਗੱਲ ਕਰਦਾ ਹਾਂ ਕਿ ਪੰਜਾਬ ਵਿੱਚ ਡਾਈਵਰਸਿਫਿਕੇਸ਼ਨ ਕਰ, ਪੱਕੀ MSP ਤੇ ਸਰਕਾਰੀ ਖਰੀਦ ਦੇ ਨਾਲ ਹਰ 5 ਪਿੰਡਾਂ ਵਿੱਚ ਕੋਲਡ ਸਟੋਰੇਜ ਬਣਾ। ਆਪਾਂ ਪੰਜਾਬ ਦੇ ਕਿਸਾਨ ਨੂੰ ਬਚਾ ਨਹੀਂ ਸਕਦੇ ਕਿ ਇਸ ਵੱਧ ਰਹੀ ਅੰਨ ਦੀ ਮਹਿੰਗਾਈ ਦਾ ਫਾਇਦਾ ਕਿਸਾਨ ਨੂੰ ਨਹੀਂ ਦੇ ਸਕਦੇ? ਤੇ ਇਹ ਸਭ ਕੁਝ ਪੰਜਾਬ ਸਰਕਾਰ ਆਪ ਕਾਨੂੰਨ ਬਣਾ, ਆਪ ਪਾਲਿਸੀ ਬਣਾ ਕੇ ਕਰ ਸਕਦੀ ਹੈ। ਉਸ ਨੂੰ ਹਰ ਚੀਜ਼ ਲਈ ਕੇਂਦਰ ਦੀ ਮਨਜ਼ੂਰੀ ਦੀ ਕੋਈ ਲੋੜ ਨਹੀਂ। ਅੱਜ ਭਾਰਤ ਆਪਣੀ ਖਪਤ ਵਾਸਤੇ 70% ਐਡੀਬਲ ਆਇਲ ਕਹਿਣ ਦਾ ਭਾਵ ਜਿਹੜੇ ਤੇਲ ਆਪਾਂ ਖਾਣੇ 'ਚ ਪਾਉਂਦੇ, ਉਹ ਐਡੀਬਲ ਆਇਲ ਇੰਪੋਰਟ ਕਰ ਰਿਹਾ ਹੈ ਹਿੰਦੁਸਤਾਨ, ਮਲੇਸ਼ੀਆ, ਅਰਜਨਟੀਨਾ, ਇੰਡੋਨੇਸ਼ੀਆ ਤੇ ਯੂਕਰੇਨ ਤੋਂ। ਇਸ ਤੇਲ ਦੀ ਕੀਮਤ ਹਰ ਮਹੀਨੇ ਵਧ ਰਹੀ ਹੈ। ਪਿਛਲੇ ਮਹੀਨਿਆਂ ਵਿੱਚ ਰਿਫਾਈਨਡ ਤੇਲ ਦੀ ਕੈਨੀ 1300 ਤੋਂ ਵੱਧ ਕੇ 1700 ਹੋ ਗਈ। ਪਰ ਪੰਜਾਬ ਜੋ ਆਇਲ ਸੀਡ ਲਗਾ ਸਕਦਾ ਹੈ, ਉਸ ਨੂੰ ਸਰਕਾਰ ਇਸ ਰਾਹ ਤੇ ਚੱਲਣ ਵਾਸਤੇ ਮਦਦ ਕਿਉਂ ਨਹੀਂ ਕਰਦੀ? ਅਸਲ ਮਸਲਾ ਪਰਾਲੀ ਫੂਕਣ ਦਾ ਨਹੀਂ, ਪਰ ਪਰਾਲੀ ਦਾ ਹੈ। ਅਸਲ ਵਿੱਚ ਇੱਕ ਗੈਰ ਪੇਸ਼ੇਵਰ ਅਨਪ੍ਰੋਫੈਸ਼ਨਲ ਤਰੀਕੇ ਨਾਲ ਝੋਨਾ ਲਾਉਣ ਦਾ ਹੈ। ਕੀ ਕਰਜ਼ਾਈ ਕਿਸਾਨ ਪਰਾਲੀ ਫੂਕਣ ਤੇ ਮਜਬੂਰ ਕਿਉਂ ਹੋਵੇ? ਤੁਸੀਂ ਉਹਨੂੰ ਕਮਾਊ ਉਪਰਾਲੇ ਦਿਓ। ਤੁਸੀਂ ਤੇ, ਔਰ ਮੈਂ ਸਵਾਲ ਕਰ ਰਿਹਾ, ਤੁਸੀਂ ਤੇ ਅਜੇ ਤੱਕ ਉਹਨੂੰ ਆਪਣੇ ਵਾਅਦੇ ਅਨੁਸਾਰ ਪਰਾਲੀ ਦੀ ਸਬਸਿਡੀ ਤੱਕ ਨਹੀਂ ਦਿੱਤੀ। ਤੁਸੀਂ ਉਹਨੂੰ ਆਮਦਨ ਵਧਾਉਣ ਵਾਲੇ ਹੱਲ ਦਿਓ ਭਰਾਵੋ। ਪੰਜਾਬ 25 ਸਾਲਾਂ ਤੋਂ ਕੇਂਦਰ ਦੇ ਅੱਗੇ ਮਜਬੂਰ ਹੋਈ ਜਾਂਦਾ ਹੈ। ਅੱਜ ਉਹਨਾਂ ਦੇ MSP ਸਰਕਾਰੀ ਖਰੀਦ ਬੰਦ ਹੋਣ ਦਾ ਡਰ ਹੈ ਤੇ ਕੀ ਸਾਡੀ ਰਾਜਨੀਤੀ ਸਿਰਫ ਮੰਗਣ ਦੀ ਰਹਿ ਗਈ? ਸਮਸਤ ਉન્નਤੀ ਦਾ ਆਧਾਰ ਤੇ ਸਾਰ ਖੁਦਮੁਖਤਿਆਰੀ ਹੈ। ਕਿ ਇਹ ਵਕਤ ਖੁਦਮੁਖਤਿਆਰੀ ਦੀ ਰਾਹ ਤੇ ਚੱਲਣ ਦਾ ਨਹੀਂ? ਮੈਂ ਸਵਾਲ ਕਰਦਾ ਕਿ ਇਹ ਵਕਤ ਨਹੀਂ ਕਿ ਪੰਜਾਬ ਦੀ ਖੇਤੀ ਵਾਸਤੇ ਇੱਕ ਵੱਖਰੇ ਆਰਥਿਕ ਢਾਂਚੇ ਨੂੰ ਲਿਆਂਦਾ ਜਾਵੇ, ਇੰਟਰੋਡਿਊਸ ਕੀਤਾ ਜਾਵੇ। 3 ਕਰੋੜ ਦੀ ਆਬਾਦੀ ਵਾਲਾ ਪੰਜਾਬ ਜੋ ਖਾਂਦਾ ਹੈ, ਪਹਿਲਾਂ ਉਹ ਇੱਥੇ ਉਗਾਵੇ। ਮੈਂ ਪਿਛਲੇ ਵਾਰ ਵੀ ਇਹ ਨਾਰਾ ਬੁਲੰਦ ਕੀਤਾ ਸੀ ਕਿ ਦੇਸੀ ਲਾਓ ਤੇ ਦੇਸੀ ਖਾਓ। ਕਿੰਨਾ ਔਖਾ। ਆਪਾਂ PDS ਦੇ ਨਾਲ ਕਿਸਾਨ ਦੀ ਆਮਦਨ ਵਧਾਊ, ਹੋਰ ਫਸਲਾਂ ਉਗਾਈਏ ਕਿ ਆਪਾਂ ਇਸ ਉਪਜਾਊ ਧਰਤੀ ਦਾ ਲਾਹਾ ਲੈ ਸਕੀਏ ਜਿਹਨੂੰ ਅੱਜ ਬਰਬਾਦੀ ਦੀ ਕਗਾਰ ਤੇ ਖੜਿਆ ਕੀਤਾ। ਮੈਂ ਪੰਜਾਬ ਦੀ ਖੁਦਮੁਖਤਿਆਰੀ ਦੀ ਰਾਹ ਵਾਸਤੇ ਪਾਣੀ ਬਚਾਓ, ਆਰਗੈਨਿਕ, ਆਮਦਨ ਵਧਾਊ ਮਾਡਲ ਪਹਿਲਾਂ ਹੀ ਦੇ ਚੁੱਕੇ। ਲੋੜ ਹੈ ਕਿ ਪੰਜਾਬ ਉਸ ਰਾਹ ਤੇ ਚੱਲੇ। ਇਹ ਗੱਲਾਂ ਨਾਲ ਤੇ ਕੱਲੀ ਪਾਲਿਸੀ ਬਣਾਉਣ ਨਾਲ ਨਹੀਂ ਹੋਣਾ ਯਾਰੋ। ਇਸ ਰਾਹ ਤੇ ਸਾਨੂੰ ਸਭ ਨੂੰ ਇਕੱਠਿਆਂ ਹੋ ਕੇ ਤੁਰਨਾ ਪੈਣਾ ਹੈ ਤੇ ਮੈਨੂੰ ਪੂਰਾ ਯਕੀਨ ਹੈ ਕਿ ਮੈਂ ਹੋਵਾਂ ਜਾਂ ਨਾ ਹੋਵਾਂ, ਪੰਜਾਬ ਦੇ ਲੋਕ ਇਹਨਾਂ ਹੱਲਾਂ ਨੂੰ ਤਾਕਤ ਵਿੱਚ ਲੈ ਕੇ ਆਉਣਗੇ, ਇੰਪਲੀਮੈਂਟ ਕਰਨਗੇ। ਸਹੀ ਕੀ ਹੈ ਸਾਰੇ ਜਾਣਦੇ ਆ, ਅਮਲੀ ਜਾਮਾ ਪਾਣਾ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।